subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਟਾਂਗਾ। ਵੈਲਕਮ ਟੂ ਦ ਮਨਦੀਪ ਕੌਰ ਟਾਂਗਾ ਸ਼ੋ। ਅੱਜ ਸਾਡੇ ਨਾਲ ਮੌਜੂਦ ਨੇ ਕਰਮਜੀਤ ਕੌਰ ਜੋ ਕਿ ਪ੍ਰਿੰਸੀਪਲ ਨੇ ਦਸਮੇਸ਼ ਕਾਲਜ ਮੁਕੇਰੀਆਂ ਦੇ। ਥੋੜੇ ਦਿਨ ਪਹਿਲਾਂ ਹੀ ਮੇਰਾ ਇੱਕ ਗੈਸਟ ਲੈਕਚਰ ਸੀ ਦਸਮੇਸ਼ ਕਾਲਜ ਦੇ ਵਿੱਚ ਤੇ ਆਲ ਔਮਨ ਕਾਲਜ ਜਿਹੜਾ ਹੈਗਾ ਸੀ ਤੇ ਮੈਨੂੰ ਬਹੁਤ ਹੀ ਅੱਛਾ ਲੱਗਾ। ਮੈਮ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਤੇ ਮੈਂ ਮੈਮ ਨੂੰ ਉਦੋਂ ਹੀ ਉੱਥੇ ਇਨਵਾਈਟ ਕਰ ਲਿਆ ਕਿ ਤੁਹਾਨੂੰ ਮੈਂ ਮਨਦੀਪ ਕੌਰ ਟਾਂਗਾ ਸ਼ੋ ਦੇ ਵਿੱਚ ਜਿਹੜਾ ਮੈਂ ਇਨਵਾਈਟ ਕਰਾਂਗੀ। ਸੋ ਸਭ ਤੋਂ ਪਹਿਲਾਂ ਮੈਮ ਵੈਲਕਮ ਟੂ ਦ ਸ਼ੋ। ਥੈਂਕ ਯੂ ਜੀ। ਮੈਮ ਨੂੰ 22 ਇਅਰਸ ਦਾ ਅਕੈਡਮਿਕ ਐਕਸਪੀਰੀਅੰਸ ਆ। ਮੈਮ ਕਰੰਟਲੀ ਪ੍ਰਿੰਸੀਪਲ ਨੇ, ਮੈਮ ਆਥਰ ਵੀ ਨੇ। ਸੋ ਅੱਜ ਅਸੀਂ ਗੱਲ ਕਰਾਂਗੇ ਅੱਗੇ ਵੱਧ ਰਹੀਆਂ ਔਰਤਾਂ ਦੇ ਰਸਤੇ 'ਚ ਕੀ ਮੁਸ਼ਕਿਲਾਂ ਆ ਰਹੀਆਂ ਨੇ ਤੇ ਜਿਹੜੀ ਦੇਸ਼ ਦੀ ਤਰੱਕੀ ਲਈ ਜਿਹੜੀ ਇੱਕ ਔਰਤ ਦਾ ਕੀ ਰੋਲ ਆ, ਵੂਮਨ ਸਟੂਡੈਂਟ ਦਾ ਕੀ ਰੋਲ ਆ, ਗਰਾਊਂਡ ਤੇ ਕੀ ਚੱਲ ਰਿਹਾ। ਬਿਕੋਜ਼ ਬਹੁਤ ਘੱਟ ਪ੍ਰਿੰਸੀਪਲਸ ਨੇ ਜਿਹੜਾ ਇਹ ਚੁਣਦੀਆਂ ਨੇ ਕਿ ਅਸੀਂ ਰੂਰਲ ਏਰੀਆ ਦੇ ਵਿੱਚ ਜਿਹੜਾ ਪ੍ਰਿੰਸੀਪਲ ਲੱਗਣਾ ਹੈ, ਪਲੱਸ ਅਸੀਂ ਓਨਲੀ ਵੂਮਨ ਕਾਲਜ ਦੇ ਜਿਹੜੇ ਅਸੀਂ ਪ੍ਰਿੰਸੀਪਲ ਮੈਂ। ਸੋ ਮੈਮ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਲੜਕੀਆਂ ਦੇ ਅਰਾਊਂਡ, ਔਰਤਾਂ ਦੇ ਅਰਾਊਂਡ ਬਹੁਤ ਡੈਪਥ ਐਕਸਪੀਰੀਅੰਸ ਹੈ ਤੇ ਮੈਨੂੰ ਲੱਗਾ ਕਿ ਸਾਡੇ ਜਿਹੜੇ ਪ੍ਰੋਗਰਾਮ ਦੇ ਵਿੱਚ ਅੱਜ ਜਿਹੜਾ ਇਹ ਵਿਸ਼ੇਸ਼ ਜਿਹੜਾ ਟੌਪਿਕ ਹੈ ਉਹ ਸਾਨੂੰ ਜ਼ਰੂਰ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਜਿਹੜਾ ਮੇਨ ਕੁਐਸਚਨ ਆ ਜਿਹੜਾ ਕਿ ਤੁਹਾਡਾ ਟੀਚਿੰਗ ਟੂ ਪ੍ਰਿੰਸੀਪਲ ਦਾ ਸਫ਼ਰ ਆ ਉਹ ਅਸੀਂ ਬਾਅਦ ਚੋਂ ਲਵਾਂਗੇ। ਪਹਿਲਾਂ ਅਸੀਂ ਜਿਹੜਾ ਮੇਨ ਮੁੱਦਾ ਹੈ ਕਿ ਅਸੀਂ ਗਰਲਸ ਦੀ ਜਿਹੜੀ ਗੱਲ ਕਰ ਰਹੇ, ਤੁਹਾਡਾ ਜਿਹੜਾ ਓਨਲੀ ਵੂਮਨ ਕਾਲਜ ਵਿੱਚ ਪ੍ਰਿੰਸੀਪਲ ਰਹਿਣ ਦਾ ਇੱਕ ਲੰਬੇ ਅਰਸੇ ਤੋਂ ਕਿਵੇਂ ਦਾ ਐਕਸਪੀਰੀਅੰਸ ਤੁਹਾਡਾ ਰਿਹਾ ਤੇ ਤੁਸੀਂ ਇਹਨੂੰ ਕਿਉਂ ਚੁਣਿਆ? ਪਹਿਲੀ ਗੱਲ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਇਸ ਸ਼ੋਅ ਦੇ ਵਿੱਚ ਇਨਵਾਈਟ ਕੀਤਾ ਔਰ ਮੇਰੇ ਜਿਹੜੇ ਵਿਊਜ਼ ਸਾਂਝੇ ਕਰਨ ਦਾ ਮੈਨੂੰ ਆਡੀਅנס ਦੇ ਨਾਲ ਜਿਹੜਾ ਹੈ ਮੌਕਾ ਮਿਲ ਰਿਹਾ ਹੈ। ਜਿਹੜੀ ਗੱਲ ਆਉਂਦੀ ਹੈ ਕਿ ਮੈਂ ਵਿਮਨ ਕਾਲਜ ਦੀ ਹੀ ਪ੍ਰਿੰਸੀਪਲ ਹਾਂ ਔਰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਪੇਰੈਂਟਸ ਦੀ ਇੱਕੋ ਔਲਾਦ ਹਾਂ ਔਰ ਲੜਕੀ ਹਾਂ। ਮੇਰੇ ਪੇਰੈਂਟਸ ਨੇ ਮੈਨੂੰ ਕਦੇ ਵੀ ਇਹ ਨਹੀਂ ਸਿਖਾਇਆ ਕਿ ਤੂੰ ਇੱਕ ਲੜਕੀ ਹੈ, ਤੂੰ ਇਹ ਕੰਮ ਕਰ ਸਕਦੀ ਹੈ ਜਾਂ ਤੂੰ ਇਹ ਕੰਮ ਨਹੀਂ ਕਰ ਸਕਦੀ। ਜਿਸ ਤਰ੍ਹਾਂ ਮੈਂ ਇੱਕ ਸਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹਾਂ, ਮੇਰੇ ਫਾਦਰ ਸਾਹਿਬ ਖੇਤੀਬਾੜੀ ਦੇ ਨਾਲ ਹੀ ਜੁੜੇ ਹੋਏ ਹਨ ਤੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਹਾਂ ਤੇ ਅਕਸਰ ਜਦੋਂ ਤੁਹਾਡੇ ਇੱਕ ਇਕੱਲੀ ਬੇਟੀ ਹੋਵੇ ਤਾਂ ਤੁਹਾਡੇ ਪੇਰੈਂਟਸ ਦੇ ਸਾਹਮਣੇ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਜਾਂ ਚੁਣੌਤੀਆਂ ਆਉਂਦੀਆਂ। ਇਸੇ ਤਰ੍ਹਾਂ ਮੇਰੇ ਫਾਦਰ ਸਾਹਿਬ ਨੂੰ ਵੀ ਬਹੁਤ ਵਾਰ ਕਿਹਾ ਗਿਆ ਕਿ ਤੁਸੀਂ ਦੂਸਰੀ ਮੈਰਿਜ ਕਰਵਾ ਲਓ, ਤੁਹਾਡੀ ਜਿਹੜੀ ਹੈ ਇੱਕੋ ਇੱਕ ਬੱਚੀ ਹੈ। ਬਟ ਮੇਰੇ ਫਾਦਰ ਨੇ ਕਦੇ ਵੀ ਇਸ ਚੀਜ਼ ਨੂੰ ਨਹੀਂ ਮੰਨਿਆ ਕਿ ਮੈਂ ਦੂਸਰੀ ਮੈਰਿਜ ਕਰਵਾ ਲਵਾਂ। ਮੇਰੀ ਮਦਰ ਬਿਲਕੁਲ ਅਨਪੜ੍ਹ ਪਰ ਬਹੁਤ ਹੀ ਭੋਲੇ ਭਾਲੇ ਔਰ ਬੜੇ ਸੱਚੇ ਦਿਲ ਦੀ ਜਿਹੜੀ ਉਹ ਔਰਤ ਸੀ। ਇਸ ਟਾਈਮ ਮੇਰੇ ਮਦਰ ਨਹੀਂ ਹੈਗੇ ਬਟ ਮੇਰੇ ਫਾਦਰ ਸਾਹਿਬ ਹੈ ਜੋ ਕਿ ਅੱਜ ਵੀ ਮੇਰੇ ਨਾਲ ਹਨ ਔਰ ਮੈਨੂੰ ਹਰ ਫੀਲਡ ਦੇ ਵਿੱਚ ਉਹ ਅੱਗੇ ਵਧਣ ਦੇ ਲਈ ਮੋਟੀਵੇਟ ਕਰਦੇ ਹਨ। ਸੋ ਮੈਂ ਜਦੋਂ ਆਪਣਾ ਸਫ਼ਰ ਸ਼ੁਰੂ ਕੀਤਾ ਟੀਚਿੰਗ ਦਾ ਤਾਂ ਮੈਂ ਸਭ ਤੋਂ ਪਹਿਲਾਂ ਮਲੋਟ DAV ਕਾਲਜ ਤੋਂ ਸ਼ੁਰੂ ਕੀਤਾ। ਉਸ ਤੋਂ ਬਾਅਦ ਮੈਂ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਔਰ ਜਿਹੜੀ ਅਗਲੀ ਮੇਰੀ ਔਰ ਫਸਟ ਐਜ਼ ਅ ਰੈਗੂਲਰ ਅਪਾਇੰਟਮੈਂਟ ਸੀ ਉਹ ਭਾਗ ਸਿੰਘ ਖਾਲਸਾ ਕਾਲਜ ਫॉर ਵਿਮਨ ਤੋਂ ਹੀ ਸੀ। ਜੋ ਮੇਰੀ ਟੀਚਿੰਗ ਜਦੋਂ ਮੈਂ ਲੈਕਚਰਸ਼ਿਪ ਦੇ ਵਿੱਚ ਰਹੀ ਹਾਂ ਤਾਂ ਮੇਰੀ ਜਿਹੜੀ ਰੈਗੂਲਰ ਟੀਚਿੰਗ ਸੀ ਜਿਹੜੇ ਉਹਦੇ ਮੈਂ 15 ਸਾਲ ਆਪਣੇ ਕੀਤੇ ਉਹ ਐਜ਼ ਅ ਗਰਲਸ ਕਾਲਜ ਦੇ ਵਿੱਚ ਹੀ ਮੈਂ ਲੈਕਚਰਰ ਰਹੀ ਹਾਂ। ਔਰ ਜਦੋਂ ਤੁਸੀਂ ਮਤਲਬ ਮੇਰੇ ਬੱਚੇ ਹੋਏ ਤੇ ਸਭ ਤੋਂ ਪਹਿਲਾਂ ਮੇਰੀ ਬੇਟੀ ਹੋਈ ਹੈ। ਮਤਲਬ ਗਰਲਸ ਦੇ ਨਾਲ ਜਿਹੜੀ ਮੇਰੀ ਇੱਕ ਅਟੈਚਮੈਂਟ ਕਹਿ ਲਓ ਜਾਂ ਗਰਲਸ ਦੇ ਨਾਲ ਕਿ ਅੰਦਰੋਂ ਮੈਨੂੰ ਹੈ ਕਿ ਕੁੜੀਆਂ ਨੂੰ ਸਿੱਖਿਅਤ ਕੀਤਾ ਜਾਵੇ, ਕੁੜੀਆਂ ਨੂੰ ਕਿਵੇਂ ਉਹਨਾਂ ਦੇ ਪੈਰਾਂ ਤੇ ਖੜਾ ਕਰ ਸਕਦੇ ਹਾਂ ਆਪਾਂ, ਕਿਸ ਤਰ੍ਹਾਂ ਉਹ ਜਿਹੜੀਆਂ ਬੱਚੀਆਂ ਉਹ ਸਾਡੇ ਦੇਸ਼ ਦੀ, ਸਾਡੇ ਘਰ ਪਰਿਵਾਰਾਂ ਦੀ ਵਾਗਡੋਰ ਆਪਣੇ ਹੱਥ ਦੇ ਵਿੱਚ ਰੱਖ ਸਕਦੀਆਂ ਔਰ ਤਾਂ ਹੀ ਰੱਖ ਸਕਦੀਆਂ ਜੇ ਉਹ ਸਿੱਖਿਅਤ ਹੋਣਗੀਆਂ, ਜੇਕਰ ਉਹ ਪੜ੍ਹੀਆਂ ਲਿਖੀਆਂ ਹੋਣਗੀਆਂ, ਜੇਕਰ ਉਹ ਆਤਮ ਨਿਰਭਰ ਹੋਣਗੀਆਂ, ਜੇਕਰ ਉਹ ਡਿਸੀਜ਼ਨ ਲੈ ਸਕਦੀਆਂ ਹੋਣਗੀਆਂ ਕਿ ਉਹ ਇੰਨੀਆਂ ਕੁ ਮਤਲਬ ਐਫੀਸ਼ੀਐਂਟ ਹੋਣ ਕਿ ਉਹ ਆਪਣੇ ਚੰਗੇ ਮਾੜੇ ਨੂੰ ਸਮਝ ਸਕਣ। ਸੋ ਇਸ ਲਈ ਮੇਰੀ ਇੱਛਾ ਰਹੀ ਹੈ ਕਿ ਮੈਂ ਇੱਕ ਗਰਲਸ ਕਾਲਜ ਦੇ ਵਿੱਚ ਹੀ ਰਵਾਂ ਔਰ ਮੈਂ ਲੜਕੀਆਂ ਨੂੰ ਸਿੱਖਿਅਤ ਕਰਾਂ, ਉਹਨਾਂ ਦੇ ਵਿੱਚ ਜਿਹੜੀ ਹੈ ਡਿਸੀਜ਼ਨ ਲੈਣ ਦੀ ਇੱਛਾ ਜਿਹੜੀ ਹੈਗੀ ਹੈ ਜਾਂ ਸ਼ਕਤੀ ਹੈ ਉਹਨਾਂ ਦੇ ਅੰਦਰ ਆਵੇ। ਸੋ ਗਰਲਸ ਕਾਲਜ ਦੇ ਵਿੱਚ ਰਹਿਣ ਦਾ ਮੇਰਾ ਇੱਕੋ ਇੱਕ ਇਹ ਮੋਟਿਵ। ਤੇ ਜੇ ਅਸੀਂ ਗੱਲ ਕਰੀਏ ਕਿ ਤੁਹਾਡਾ ਜਿਹੜਾ ਪਿੰਡ ਤੇ ਜ਼ਿਲ੍ਹਾ ਉਹ ਕਿਹੜਾ?
ਮਤਲਬ ਜਿਹੜਾ ਮੰਮੀ ਮੈਂ ਪਾਪਾ ਮੇਰਾ ਜੋ ਡਿਸਟ੍ਰਿਕਟ ਹੈ ਉਹ ਮੁਕਤਸਰ ਹੈ ਹਮ। ਔਰ ਉਹਦੇ ਵਿੱਚ ਬੜਾ ਹੀ ਇੱਕ ਅਣਗੌਲਿਆ ਜਿਹਾ ਪਿੰਡ ਹੈ ਹਮ। ਜਿਸ ਦਾ ਨਾਮ ਹੈ ਪਿੰਡ ਗੰਦੜ, ਗੰਦੜ। ਜੋ ਕਿ ਚੱਕ ਸ਼ੇਰੇਵਾਲਾ ਦੇ ਨਾਲ ਹੈ ਬਿਲਕੁਲ। ਇੱਕ ਲਿੰਕ ਰੋਡ ਦੇ ਉੱਤੇ ਪਿੰਡ ਹੈ, ਮੇਨ ਰੋਡ ਦੇ ਉੱਤੇ ਵੀ ਉਹ ਪਿੰਡ ਨਹੀਂ ਹੈ। ਓਕੇ, ਜਦੋਂ ਤੁਸੀਂ ਪੜ੍ਹਦੇ ਸੀ ਤੇ ਉਦੋਂ ਸਕੂਲ ਕਾਲਜ ਕਿੰਨੀ ਕੁ ਦੂਰ ਹੁੰਦਾ ਸੀ ਤੁਹਾਡੇ ਤੋਂ? ਮੇਰੇ ਪਰਿਵਾਰ ਦੇ ਵਿੱਚ ਕੋਈ ਵੀ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ, ਹਮ। ਕੋਈ ਉਸ ਤੋਂ ਪਹਿਲਾਂ ਨੌਕਰੀ ਦੇ ਉੱਤੇ ਨਹੀਂ ਰਿਹਾ। ਮੇਰੇ ਪੇਰੈਂਟਸ ਨੇ ਮੇਰੀ ਪਰਵਰਿਸ਼ ਇਸ ਤਰੀਕੇ ਕੀਤੀ ਕਿ ਮੇਰੇ ਨੀਅਰ ਬਾਏ ਵੀ ਕੋਈ ਸਕੂਲ ਨਹੀਂ ਸੀ। ਅੱਜ ਵੀ ਜੇ ਮੈਂ ਕਹਾਂ ਤੇ ਮੇਰੇ ਪਿੰਡ ਦੇ ਵਿੱਚ ਮਿਡਲ ਸਕੂਲ ਹੀ ਹੁਣ ਮਸਾਂ ਬਣਿਆ ਔਰ ਉਹਦੇ ਲਈ ਕੀ ਹੈ, ਮੇਰੇ ਪੇਰੈਂਟਸ ਨੇ ਮੈਨੂੰ ਹੌਸਟਲ ਦੇ ਵਿੱਚ ਭੇਜਿਆ। ਨਰਸਰੀ ਕਲਾਸ ਤੋਂ ਹੀ ਮੈਂ ਹੌਸਟਲ ਦੇ ਵਿੱਚ ਰਹੀ ਹਾਂ। ਡੀਸੀ ਮਾਡਲ ਸਕੂਲ ਫਿਰੋਜ਼ਪੁਰ ਮੈਨੂੰ ਹੌਸਟਲ ਦੇ ਵਿੱਚ ਭੇਜਿਆ ਗਿਆ। ਉਸ ਤੋਂ ਬਾਅਦ ਮੈਂ ਗਰਲਸ ਸਕੂਲ ਦੇ ਵਿੱਚ ਪੜ੍ਹੀ ਹਾਂ। ਦੈਨ ਮੈਂ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਰਹਿ ਕੇ ਆਪਣੀ ਸਟੱਡੀ ਕੀਤੀ ਹੈ ਔਰ ਉੱਥੋਂ ਹੀ ਜਿਹੜੀ ਮੈਂ ਆਪਣੀ PhD ਦੀ ਜਿਹੜੀ ਡਿਗਰੀ ਹੈ ਉਹ ਹਾਸਿਲ ਕੀਤੀ। ਮੇਰਾ ਕੁਐਸਚਨ ਤੁਹਾਨੂੰ ਇਹ ਵੀ ਹੈ ਕਿ ਜਿਹੜੀਆਂ ਓਨਲੀ ਔਮਨ ਇੰਸਟੀਚਿਊਟ ਹੁੰਦੇ ਆ, ਮੇਰਾ ਜਦੋਂ ਪਹਿਲੀ ਵਾਰ ਮੈਂ ਲਾਈਫ ਦੇ ਵਿੱਚ ਓਨਲੀ ਔਮਨ ਇੰਸਟੀਚਿਊਟ ਮੈਂ ਦੇਖਿਆ ਤੇ ਉਹ ਸੀ ਬਨਸਥਲੀ ਯੂਨੀਵਰਸਿਟੀ, ਜਿੱਥੇ ਕਿ 16,000 ਦੇ ਕਰੀਬ ਗਰਲਸ ਪੜ੍ਹਦੀਆਂ ਨੇ ਤੇ ਰਾਈਟ ਫਰਮ ਫਰਸਟ ਸਟੈਂਡਰਡ ਟੂ PhD ਕਰਕੇ ਜਿਹੜੀਆਂ ਉੱਥੋਂ ਨਿਕਲਦੀਆਂ। ਤੇ ਮੇਰਾ ਜਿਹੜਾ ਐਕਸਪੀਰੀਅੰਸ ਬਹੁਤ ਹੀ ਅੱਛਾ ਰਿਹਾ। ਇਹ ਚੀਜ਼ ਜਿਹੜੀ ਮੈਨੂੰ ਵੀ ਬੜੀ ਅਟਰੈਕਟ ਕਰਦੀ ਆ। ਤੁਹਾਨੂੰ ਇਹ ਕਿੰਨਾ ਕੁ ਠੀਕ ਲੱਗਦਾ ਕਿ ਇੰਡੀਆ ਦੇ ਵਿੱਚ ਅੱਜ ਵੀ ਓਨਲੀ ਔਮਨ ਕਾਲਜਸ ਹੈਗੇ ਜੀ ਕਿ ਹੋਣੇ ਚਾਹੀਦੇ ਨੇ? ਕਿੰਨਾ ਠੀਕ ਲੱਗਦਾ ਹੈ? ਇਹ ਕੋਈ ਇਹਦੇ ਚ ਕੋਈ ਕੋਤਾਹੀ ਨਹੀਂ ਹੈ ਕਿ ਜੇਕਰ ਅਸੀਂ ਕੋਈ ਗਰਲਸ ਕਾਲਜ ਅਲੱਗ ਤੋਂ ਬਣਾਉਣੇ ਆ ਤਾਂ ਉਸ ਨੂੰ ਅਸੀਂ ਕਿਸੇ ਹੀਨ ਭਾਵਨਾ ਦੇ ਨਾਲ ਦੇਖੀਏ ਜਾਂ ਕਿਸੇ ਮਾੜੀ ਸੋਚ ਨਾਲ ਦੇਖੀਏ। ਮੈਨੂੰ ਤੇ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਲੱਗਦਾ। ਸੋ ਦੇਖੋ, ਜਿਹੜੇ ਬਹੁਤ ਹੀ ਐਡਵਾਂਸ ਸਿਟੀਜ਼ ਹੈ ਉਹਨਾਂ ਦੇ ਜਿਹੜੇ ਬੱਚੇ ਆ ਉਹ ਵੀ ਬੜੇ ਐਡਵਾਂਸ ਹੁੰਦੇ ਆ। ਉਹ ਆਪਣੇ ਆਪ ਨੂੰ ਉਸ ਲੈਵਲ ਤੇ ਲਿਆ ਕੇ ਸੈੱਟ ਕਰ ਲੈਂਦੇ ਆ। ਬਟ ਜੇਕਰ ਅਸੀਂ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੀਆਂ ਜਿਹੜੀਆਂ ਬੱਚੀਆਂ ਬੜੀਆਂ ਹੀ ਭੋਲੀਆਂ ਭਾਲੀਆਂ ਹੁੰਦੀਆਂ, ਜਿਨ੍ਹਾਂ ਨੂੰ ਹਜੇ ਤੱਕ ਆਪਣੇ ਚੰਗੇ ਮਾੜੇ ਦਾ ਇੰਨਾ ਪਤਾ ਨਹੀਂ ਹੁੰਦਾ, ਜਾਂ ਇਹ ਕਹਿ ਲਓ ਕਿ ਉਹਨਾਂ ਨੂੰ ਇੰਨਾ ਜ਼ਿਆਦਾ ਐਕਸਪੋਜ਼ਰ ਨਹੀਂ ਮਿਲਿਆ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਠੀਕ ਗਲਤ ਦਾ ਜਿਹੜਾ ਫੈਸਲਾ ਲੈ ਸਕਦੇ ਹਾਂ। ਤਾਂ ਮੈਨੂੰ ਲੱਗਦਾ ਕਿ ਉਹਨਾਂ ਬੱਚੀਆਂ ਦੇ ਲਈ ਜਿਹੜਾ ਗਰਲਸ ਕਾਲਜ ਆ ਉਹ ਇੱਕ ਵਰਦਾਨ ਦੇ ਤਰ੍ਹਾਂ, ਜਿੱਥੇ ਉਹ ਆਪਣੇ ਹਾਵ ਭਾਵ ਸਾਂਝੇ ਕਰਦੀਆਂ, ਜਿੱਥੇ ਉਹਨਾਂ ਨੂੰ ਅੱਗੇ ਵਧਣ ਦੇ ਚਾਂਸਸ ਮਿਲਦੇ ਆ, ਜਿੱਥੇ ਉਹ ਆਪਣੀ ਦਿਲ ਦੀ ਹਰ ਗੱਲ ਖੁੱਲ ਕੇ ਆਪਣੇ ਟੀਚਰਸ ਦੇ ਨਾਲ ਕਰ ਸਕਦੀਆਂ ਔਰ ਆਪਣੀ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਛੂਹ ਸਕਦੀਆਂ। ਬਹੁਤ ਤੁਹਾਡਾ ਇੱਕ ਲੰਬਾ ਅਰਸੇ ਦਾ ਐਕਸਪੀਰੀਅੰਸ ਆ ਓਨਲੀ ਔਮਨ ਕਾਲਜ ਦਾ। ਤੁਸੀਂ ਗਰਾਊਂਡ ਲੈਵਲ ਤੇ ਜਦੋਂ ਅਸੀਂ ਗੱਲ ਕਰੀਏ ਸੀ, ਸ਼ਹਿਰਾਂ ਦਾ ਤੇ ਪਿੰਡਾਂ ਦਾ ਮਾਹੌਲ ਬਹੁਤ ਵੱਖਰਾ ਹੈ। ਅੱਜ ਹੀ ਮੈਂ ਆਪਣੀ ਟੀਮ ਨਾਲ ਗੱਲ ਕਰ ਰਹੀ ਸੀ ਕਿ ਜਦੋਂ ਜਿਵੇਂ ਕਿ ਸਾਡੀ IT ਕੰਪਨੀ ਆ ਪਿੰਡ ਵਿੱਚ, ਤੇ ਜਦੋਂ ਸਾਡੇ EMPLOYE ਛੁੱਟੀ ਲੈਂਦੇ ਆ ਉਦੋਂ ਉਹਨਾਂ ਦੀ ਪ੍ਰੋਬਲਮਸ ਹੋਰ ਹੁੰਦੀਆਂ। ਉਹਨਾਂ ਨੇ ਤੂੜੀ ਸਾਂਭਣੀ ਹੁੰਦੀ ਹੈ ਜੀ, ਠੀਕ ਹੈ। ਜੇ ਸਾਡੇ ਵਿਲੇਜ ਵਾਲੇ ਜਿਹੜੇ ਕੁਝ EMPLOYES ਆਣਾ, ਠੀਕ ਹੈ, ਉਹਨਾਂ ਨੇ ਆਪਣੇ ਪੇਰੈਂਟਸ ਦੀ ਹੈਲਪ ਕਰਨੀ ਹੁੰਦੀ ਹੈ। ਅੱਜ ਹੀ ਮੇਰੀ ਇੱਕ ਵਰਕਰ ਸੀ, ਮੇਰੀ ਹੈਲਪਰ, ਤੇ ਉਹਦੇ ਘਰ ਉਹਨਾਂ ਨੇ ਗਾਂ ਰੱਖੀ ਆ, ਉਹਦੀ ਡੈਥ ਹੋ ਗਈ। ਰਾਈਟ, ਪਿੰਡਾਂ ਤੇ ਸ਼ਹਿਰਾਂ ਦਾ ਜਿਹੜਾ ਫਰਕ ਬਹੁਤ ਹੈਗਾ। ਰਾਈਟ ਜੀ। ਸੋ ਜਦੋਂ ਅਸੀਂ ਰੂਰਲ ਏਰੀਆ ਦੀ ਗੱਲ ਕਰੀਏ, ਜਿਹਦੀ ਕੋਈ ਗੱਲ ਨਹੀਂ ਕਰਦਾ ਜੀ, ਠੀਕ ਹੈ, ਉੱਥੇ ਜਿਹੜੀਆਂ ਬੱਚੀਆਂ ਪੜ੍ਹਨ ਆ ਰਹੀਆਂ ਨੇ ਉਹਨਾਂ ਦੇ ਗਰਾਊਂਡ ਲੈਵਲ ਤੇ ਤੁਹਾਨੂੰ ਕੀ ਲੱਗਦਾ ਕਿ ਕੀ ਅੜਚਨਾ ਹੈਗੀਆਂ? ਹਾਲਾਂਕਿ ਤੁਸੀਂ ਇਹਨੇ ਪਰਫਾਰਮਿੰਗ ਬੱਚੇ ਦੇਖੇ ਹੋਣਗੇ, ਤੁਹਾਡਾ ਦਿਲ ਕਰਦਾ ਹੋਵੇਗਾ ਕਿ ਇਸ ਬੱਚੇ ਲਈ ਆ ਹੋਵੇ ਰਾਈਟ, ਕਿਉਂਕਿ ਤੁਸੀਂ ਜੱਜ ਕਰ ਸਕਦੇ ਹੋ। ਬਟ ਜੇ ਅਸੀਂ ਗਰਾਊਂਡ ਲੈਵਲ ਤੇ ਦੇਖੀਏ ਤੇ ਉਹਨਾਂ ਦੇ ਪੈਰ ਕਿੱਥੇ ਵੱਜੇ ਹੋਏ ਨੇ? ਮੈਮ ਦੇਖੋ, ਪਿੰਡਾਂ ਦੇ ਸਾਰੇ ਹੀ ਬੱਚੇ ਅਸੀਂ ਉਹਨਾਂ ਨੂੰ ਵੀ ਇੱਕ ਲੈਵਲ ਤੇ ਨਹੀਂ ਰੱਖ ਸਕਦੇ। ਉਹਨਾਂ ਦੀਆਂ ਵੀ ਅਲੱਗ-ਅਲੱਗ ਜਿਹੜੀਆਂ ਹੈਗੀਆਂ ਪ੍ਰੋਬਲਮਸ ਹੈ, ਜਾਂ ਉਹ ਅਲੱਗ-ਅਲੱਗ ਫੀਲਡ ਦੇ ਨਾਲ ਸੰਬੰਧਿਤ ਹੁੰਦੇ ਹਨ। ਤਾਂ ਅਸੀਂ ਕਈ ਬੱਚੇ ਇਸ ਤਰ੍ਹਾਂ ਦੇ ਵੀ ਦੇਖੇ ਆ ਮੈਮ ਕਿ ਜਦੋਂ ਬੱਚੇ ਐਡਮਿਸ਼ਨ ਲੈਣ ਆਉਂਦੇ ਹੁੰਦੇ ਸੀ ਸਾਡੇ ਕੋਲ, ਤਾਂ ਬੱਚੇ ਲਿਟਰਲੀ ਰੋਂਦੇ ਸੀ ਕਿ ਮੈਡਮ ਮੈਂ ਪੜ੍ਹਨਾ ਚਾਹੁੰਦੀ ਆ ਪਰ ਮੇਰੇ ਸੋਰਸਿਸ ਨਹੀਂ। ਮੈਡਮ ਮੈਂ ਪੜ੍ਹਨਾ ਚਾਹੁੰਦੀ ਹਾਂ, ਮੇਰੇ ਮਦਰ ਦੀ ਡੈਥ ਹੋਈ ਹੈ, ਮੈਨੂੰ 2 ਘਰਾਂ ਦਾ ਕੰਮ ਕਰਕੇ ਆਉਣਾ ਪੈਂਦਾ ਹੈ, ਮੈਨੂੰ ਝਾੜੂ ਪੋਚਾ ਕਰਨਾ ਪੈਂਦਾ। ਜਾਂ ਇਸ ਤਰੀਕੇ ਦੀਆਂ ਸਾਡੇ ਕੋਲ ਐਥਲੀਟ ਬੱਚੀਆਂ ਵੀ ਸੀ ਜਿਹੜੀਆਂ ਕਿ ਮਤਲਬ ਜਿਸ ਤਰ੍ਹਾਂ ਸਾਡੀ ਫਸਲਾਂ ਦੀ ਬਿਜਾਈ ਹੁੰਦੀ ਹੈ, ਉਹਨਾਂ ਨੇ ਜਿਸ ਤਰ੍ਹਾਂ ਝੋਨਾ ਲਗਾਉਣਾ ਜਾਂ ਇਸ ਤਰੀਕੇ ਦਿਹਾੜੀ ਤੇ ਜਾਣਾ, ਤਾਂ ਉਹ ਬੱਚੇ ਵੀ ਇਹੋ ਜਿਹੇ ਸੀਗੇ ਜਿਹੜੇ ਕਿ ਇੰਨੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਲੰਘ ਕੇ ਬਟ ਉਹ ਪੜ੍ਹਨਾ ਚਾਹੁੰਦੇ ਆ। ਕੁਝ ਇੱਕ ਲੜਕੀਆਂ ਜਿਸ ਤਰ੍ਹਾਂ ਸਿਲਾਈ ਕਰਦੀਆਂ, ਆਪਣੀ ਮਦਰਸ ਦੇ ਨਾਲ ਕੰਮ ਕਰਦੀਆਂ, ਖੇਤਾਂ ਦੇ ਵਿੱਚ ਕੰਮ ਕਰਦੀਆਂ। ਮੈਨੂੰ ਮੇਰੇ ਭਗਤ ਸਿੰਘ ਖਾਲਸਾ ਕਾਲਜ ਦੀ ਇੱਕ ਗੱਲ ਯਾਦ ਹੈ ਕਿ ਸਾਡੀ ਇੱਕ ਬੱਚੀ ਜਿਹਦੇ ਮਦਰ ਦੀ ਡੈਥ ਹੋਈ ਸੀ, ਉਹਦੇ ਫਾਦਰ ਸੀ ਤੇ ਬੱਚੀ ਸੀ, ਨਾਮ ਮੈਨੂੰ ਹੁਣ ਉਹਦਾ ਭੁੱਲ ਰਿਹਾ, ਮਤਲਬ ਬੜੀ ਟੈਲੈਂਟਡ ਲੜਕੀ ਸੀਗੀ। ਸਾਡੇ ਹੀ ਟਰਸਟ ਮੈਂਬਰ ਸਰਦਾਰ ਰਜਿੰਦਰ ਸਿੰਘ ਜੀ ਜਾਖੜ, ਉਹਨਾਂ ਨੇ ਉਹਨਾਂ ਦੀ ਐਡਮਿਸ਼ਨ ਕਰਵਾਈ ਔਰ ਉਸ ਤੋਂ ਬਾਅਦ ਦੇ ਵਿੱਚ ਉਹ ਬੱਚੀ ਗਿੱਧੇ ਦੇ ਵਿੱਚ ਬੈਸਟ ਡਾਂਸਰ, ਪੜ੍ਹਾਈ ਦੇ ਵਿੱਚ ਬਹੁਤ ਅੱਛੀ, ਉਹਨੂੰ ਕਾਮਰਸ ਰਖਾਇਆ ਸੀ। ਔਰ ਤੁਸੀਂ ਦੇਖੋਗੇ ਉਸ ਤੋਂ ਬਾਅਦ ਉਹ ਜਦੋਂ ਘਰ ਜਾਂਦੀ ਤੇ ਆਪਣੇ ਬਾਪ ਦੇ ਨਾਲ ਖੇਤਾਂ ਦੇ ਵਿੱਚ ਕੰਮ ਵੀ ਕਰਵਾਉਂਦੀ।
ਉਸ ਤੋਂ ਬਾਅਦ ਦੇਖੋ ਬੱਚੀ ਨੇ ਆਪਣੀ ਮਿਹਨਤ ਨਹੀਂ ਛੱਡੀਗੀ ਔਰ ਅੱਜ ਉਹ ਪੁਲਿਸ ਦੇ ਵਿੱਚ ਉਹਨੂੰ ਜੌਬ ਮਿਲ ਚੁੱਕੀ ਹੈਗੀ ਹੈ, ਸ਼ਾਇਦ ਹੁਣ ਉਹਦਾ ਰੈਂਕ ਵੀ ਉੱਪਰ ਹੋ ਗਿਆ। ਮੈਂ ਪਿਛਲੇ 7-8 ਸਾਲਾਂ ਦੀ ਗੱਲ ਕਰ ਰਹੀ ਹਾਂ ਕਿ ਜਦੋਂ ਉਹ ਜੌਬ 'ਚ ਗਈ। ਸੋ ਡਿਫਰੈਂਟ ਲੈਵਲ ਤੇ ਬੜੀਆਂ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਹੈਗੀਆਂ। ਸੋ ਪਰ ਬੱਚਿਆਂ ਦਾ ਇੱਕ ਮਤਲਬ ਇਹ ਹੁੰਦਾ, ਮੰਤਵ ਇਹ ਹੁੰਦਾ ਕਿ ਅਸੀਂ ਐਜੂਕੇਸ਼ਨ ਲਈਏ, ਅਸੀਂ ਆਪਣੇ ਪੈਰਾਂ ਤੇ ਖੜੇ ਹੋਈਏ। ਉਹ ਗਰੀਬੀ, ਉਹ ਅੜਚਨਾ ਜੋ ਸਾਡੇ ਪਰਿਵਾਰ ਨੂੰ ਆ ਰਹੀਆਂ ਹਨ ਉਹ ਸਾਨੂੰ ਨਾ ਆਉਣ, ਸਾਡਾ ਜਿਹੜਾ ਭਵਿੱਖ ਹੈ ਉਹ ਬੜਾ ਉਜਲਾ। ਬਹੁਤ ਹੀ ਵਧੀਆ। ਇਹਨੂੰ ਕੁਝ ਇਹੋ ਜਿਹਾ ਹੀ ਆਨਸਰ ਜਿਹੜਾ ਉਹ ਲੱਗ ਵੀ ਰਿਹਾ ਸੀ ਆਏਗਾ, ਤੇ ਤੁਸੀਂ ਹੋਰ ਬੜਾ ਡੀਪਲੀ ਦੱਸਿਆ ਤੇ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਾ। ਕਿ ਹੁਣ ਮੇਰਾ ਅਗਲਾ ਸਵਾਲ ਇਹ ਹੈ ਕਿ ਜਿਹੜੀਆਂ ਬੱਚੀਆਂ ਘਰ ਦੇ ਕੰਮ ਕਰਕੇ ਕਾਲਜ ਆ ਰਹੀਆਂ ਪੜ੍ਹਨ, ਜਿਹੜੀਆਂ ਬੱਚੀਆਂ ਜਾ ਕੇ ਸਿਲਾਈ ਕਰ ਰਹੀਆਂ ਨੇ ਤੇ ਨਾਲ ਪੜ੍ਹ ਰਹੀਆਂ ਨੇ, ਆਪਣੇ ਕਈ ਤਰ੍ਹਾਂ ਦੀ ਚੀਜ਼ਾਂ ਨੂੰ ਘਰ 'ਚ ਸਹਿ ਰਹੀਆਂ ਨੇ, ਠੀਕ ਹੈ, ਕਿਸੇ ਦੇ ਮੰਮੀ ਨਹੀਂ ਹੈਗੇ, ਪਾਪਾ ਨਹੀਂ ਹੈਗੇ, ਉਹਨਾਂ ਨੂੰ ਅਪੋਜ਼ ਵੀ ਕਰਦੇ ਹੋਣਗੇ ਲੋਕੀ ਕਿ ਇਹਨਾਂ ਪੜ੍ਹਨ ਲਿਖਣ ਦੀ ਕੀ ਲੋੜ ਆ, ਰਾਈਟ। ਫਿਰ ਵੀ ਕਈ ਆਪਣੇ ਰਿਕੁਐਸਟ ਕਰਦੀਆਂ ਹੋਣਗੀਆਂ ਕਿ ਮੈਂ ਅਜੇ ਵਿਆਹ ਨਹੀਂ ਕਰਾਣਾ, ਮੈਂ ਪੜ੍ਹਨਾ, ਰਾਈਟ। ਇਹੋ ਜੀਆਂ ਬੱਚੀਆਂ ਜਿਹੜੀਆਂ ਰੂਰਲ ਏਰੀਆਜ਼ 'ਚ ਸਪੈਸ਼ਲੀ ਤੁਸੀਂ ਜਿਨ੍ਹਾਂ ਨੂੰ ਮਿਲਦੇ ਜੇ, ਉਹਨਾਂ ਦੇ ਪ੍ਰੋਫੈਸ਼ਨਲ ਸੁਪਨੇ ਕੀ ਹੈ, ਉਹਨਾਂ ਦੇ ਕਿੱਦਾਂ ਦੇ ਸੁਪਨੇ ਦੀਆਂ ਤੁਸੀਂ ਗੱਲਾਂ ਸੁਣੀਆਂ ਕਿ ਉਹਨਾਂ ਦੇ ਜਿਹੜੇ ਸੁਪਨੇ ਆ, ਵਿਆਹ ਹੋ ਜੇ ਤੇ ਕੈਨੇਡਾ ਚਲ ਜਾਣ ਜਾਂ ਆਇਡੈਂਟੀ ਦੇ ਵਿਆਹ ਹੀ ਹੋਣਾ ਹੁੰਦਾ ਹੈ, ਰਾਈਟ। ਬਟ ਤੁਹਾਨੂੰ ਜਿਹੜੇ ਸੁਪਨੇ ਇਹਨਾਂ ਦੇ ਤੇ ਕਿਸ ਤਰ੍ਹਾਂ ਦੇ ਸੁਪਨੇ ਸੁਣੇ? ਮੈਮ ਅਸੀਂ ਜੇਕਰ ਗੱਲ ਕਰੀਏ ਕਿ ਜਿਸ ਤਰ੍ਹਾਂ ਮਾਡਰਨਾਈਜ਼ ਹੋਣ ਤੋਂ ਬਾਅਦ ਹਰ ਬੱਚਾ ਚਾਹੁੰਦਾ ਕਿ ਮੇਰੇ ਲਈ ਵੀ ਇੱਕ ਥੋੜਾ ਜਿਹਾ ਨਾ ਕੰਫਰਟ ਜ਼ੋਨ ਹੋਵੇ, ਕਿ ਮੈਂ ਕੁਝ ਅਜਿਹਾ ਕਰਾਂ ਜਾਂ ਕੁਝ ਇਸ ਸਟੇਜ ਦੇ ਉੱਤੇ ਪਹੁੰਚਾਂ ਜਿੱਥੇ ਮੇਰੀ ਜ਼ਿੰਦਗੀ ਥੋੜੀ ਜਿਹੀ ਆਰਾਮਦਾਇਕ ਹੋ ਸਕੇ। ਸੋ ਮੈਂ ਜੇ ਕਹਾਂ ਤੇ ਇਹ ਕੋਈ ਬਾਹਰ ਜਾਣ ਵਾਲੇ ਨੂੰ ਬਹੁਤਾ ਪ੍ਰੈਫਰੈਂਸ ਨਹੀਂ ਇੰਨੀ ਜ਼ਿਆਦਾ ਬੱਚੇ ਦਿੰਦੇਗੇ, ਜਿੰਨਾ ਕਿ ਉਹ ਚਾਹੁੰਦੀਆਂ ਕਿ ਅਸੀਂ ਆਤਮ ਨਿਰਭਰ ਹੋਈਏ, ਅਸੀਂ ਆਪਣੇ ਪੈਰਾਂ ਤੇ ਆਪ ਖੜੀਆਂ ਹੋਈਏ। ਜਿਸ ਤਰ੍ਹਾਂ ਤੁਹਾਨੂੰ ਮੈਂ ਪਿਛਲੀ ਗੱਲ ਦੱਸੀ ਹੈਗੀ ਉਸ ਲੜਕੀ ਦੀ, ਤਾਂ ਉਸ ਤੋਂ ਬਾਅਦ ਮੇਰੇ ਨਾਮ ਆ ਰਿਹਾ ਹੈਗਾ। ਸਾਡੀ ਇੱਕ ਲੜਕੀ ਭਾਵਨਾ ਬਿਸ਼ਨੋਈ ਹੈ, ਉਹ ਇਸ ਟਾਈਮ ASI ਹੈ, ਤੇ ਬਿਸ਼ਨੋਈ ਹੈ। ਸਾਡੇ ਕੋਲੇ ਪਿੰਡਾਂ ਦੀਆਂ ਹੋਰ ਬੜੀਆਂ ਬੱਚੀਆਂ ਜਿਹੜੀਆਂ ਕਿ ਮਤਲਬ ਬੜੀ ਮਿਹਨਤ ਮਸ਼ੱਕਤ ਕਰਦੀਆਂ ਸੀ ਪਰ ਉਹ ਆਪਣੇ ਪੈਰਾਂ ਦੇ ਉੱਤੇ ਖੜੀਆਂ ਹੋਈਆਂ। ਸਾਡੀ ਇੱਕ ਲੜਕੀ ਚੰਚਲ, ਉਹ ਵੀ ਇਸ ਟਾਈਮ ਇੰਸਪੈਕਟਰ ਹੈਗੀ ਹੈ ਪੁਲਿਸ ਦੇ ਵਿੱਚ, ਜਾਂ BSF ਦੇ ਵਿੱਚ ਬੱਚੀਆਂ ਗਈਆਂ, ਟੀਚਿੰਗ ਲਾਈਨਸ ਤੇ ਬਹੁਤ ਸਾਰੀਆਂ ਬੱਚੀਆਂ ਗਈਆਂ। ਇਸ ਤੋਂ ਇਲਾਵਾ ਜਿਹੜੇ ਬੱਚੇ ਆ ਹੁਣ ਉਹ ਕੰਪਨੀਆਂ ਦੇ ਵਿੱਚ ਜਾਣਾ ਵੀ ਪ੍ਰੈਫਰ ਕਰਦੇ ਆ ਕਿ ਅਸੀਂ ਕਿਸੇ ਕੰਪਨੀ ਦੇ ਵਿੱਚ ਜਾਈਏ ਜਾਂ ਅਸੀਂ ਕੁਝ ਹੋਰ ਇਸ ਤਰੀਕੇ ਦਾ ਰੁਜ਼ਗਾਰ ਲੱਭੀਏ ਜਿੱਥੇ ਸਾਡੀ ਆਪਣੀ ਇੱਕ ਪਹਿਚਾਨ ਹੋਵੇ, ਸਾਡੀ ਆਪਣੀ ਇੱਕ ਹੋਂਦ ਹੋਵੇ। ਉਹ ਆਪਣੀ ਹੋਂਦ ਨੂੰ ਜਿਉਣਾ ਚਾਹੁੰਦੇ ਆ। ਇਹ ਨਹੀਂ ਕਿ ਉਹਨਾਂ ਦੇ ਅੱਗੇ ਬਣਿਆ ਬਣਾਇਆ ਪਰੋਸਿਆ ਹੋਇਆ ਥਾਲ ਆ ਜੇ ਔਰ ਉਹਨੂੰ ਉਹ ਬੜੀ ਖੁਸ਼ੀ ਕਬੂਲ ਕਰ ਲੈਣ। ਉਹ ਚਾਹੁੰਦੀਆਂ ਸਾਡੀ ਆਪਣੀ ਹੋਂਦ ਹੋਵੇ, ਅਸੀਂ ਆਪਣੀ ਮਰਜ਼ੀ ਦੀਆਂ ਆਪ ਮਾਲਕ ਹੋਈਏ, ਅਸੀਂ ਕਮਾਈਏ, ਅਸੀਂ ਉਹਨੂੰ ਵਰਤੀਏ ਔਰ ਸਾਡੇ ਆਪਣੇ ਅਧਿਕਾਰ ਖੇਤਰ ਹੋਣ। ਦੀਆਂ ਇਹ ਸੁਪਨੇ ਹਨ। ਇਹ ਨਹੀਂ ਕਿ ਅਸੀਂ ਕਿਸੇ ਦੇ ਉੱਤੇ ਡਿਪੈਂਡ ਹੋ ਜਾਈਏ ਜਾਂ ਸਾਡੇ ਉੱਤੇ ਕੋਈ ਜਿਹੜਾ ਹੈਗਾ ਉਹ ਆਪਣਾ ਕਿਸੇ ਦੀ ਰਹਿਮੋ ਕਰਮ ਤੇ ਅਸੀਂ ਪਲੀਏ, ਉਹ ਚੀਜ਼ਾਂ ਉਹਨਾਂ ਦੇ ਵਿੱਚ ਨਹੀਂ ਹੈ। ਇਹੋ ਜੀਆਂ ਗੱਲਾਂ ਕਿ ਬਾਹਰ ਨਿਕਲ ਕੇ ਆਣ, ਕਿਉਂਕਿ ਮੈਮ ਪੂਰੀ ਡੈਪਥ 'ਚ ਬੈਠੇ ਹੋਏ ਨੇ ਰੂਰਲ ਏਰੀਆ ਦੇ ਵਿੱਚ, ਗਰਲਸ ਕਾਲਜਿਸ ਦੇ ਵਿੱਚ ਮੈਮ ਜਿਹੜੇ ਪ੍ਰਿੰਸੀਪਲ ਰਹੇ ਨੇ। ਇਹਨੂੰ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਸਾਡੀਆਂ ਸਹੇਲੀਆਂ ਜਾਂ ਸਾਡੀਆਂ ਭੈਣਾਂ ਜਿਹੜੀਆਂ ਰੂਰਲ ਏਰੀਆ ਦੇ ਵਿੱਚ ਬੈਠੀਆਂ ਨੇ, ਉਹਨਾਂ ਦੇ ਸੁਪਨੇ ਕੀ ਨੇ, ਉਹ ਕਿਸ ਤਰ੍ਹਾਂ ਸੋਚ ਰਹੀਆਂ ਨੇ। ਸੋ ਮੈਮ ਨੇ ਬੜਾ ਅੱਛਾ ਜਿਹੜਾ ਜਵਾਬ ਇਹਦਾ ਦਿੱਤਾ ਹੈ ਕਿ ਉਹ ਵੀ ਆਤਮ ਨਿਰਭਰ ਹੋਣਾ ਚਾਹੁੰਦੀਆਂ ਨੇ, ਉਹ ਵੀ ਚਾਹੁੰਦੀਆਂ ਕਿ ਉਹ ਆਪਣੇ ਪੈਰਾਂ ਤੇ ਖਲੋਣ। ਉਹ ਜਿਹੜੀ ਸੋਚ ਸੀ ਕਿ ਜਿਹੜੀ ਔਰਤ ਹਮੇਸ਼ਾ ਸੋਚਦੀ ਸੀ ਕਿ ਅਸੀਂ ਕਿਸੇ ਦੇ ਅਧੀਨ ਰਹਿਣਾ ਪੈਣਾ ਹੈ ਜਾਂ ਸਾਡੀ ਹੈਲਪ ਹੋ ਹੀ ਜਾਣੀ ਹੈ ਜਾਂ ਅਸੀਂ ਇਸ ਤਰ੍ਹਾਂ ਹੀ ਰਹੀ ਜਾਣਾ ਸਾਰੀ ਉਮਰ, ਤੇ ਹੌਲੀ ਹੌਲੀ ਮੈਨੂੰ ਲੱਗਦਾ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਜਿਹੜਾ ਦੇਖਣ ਨੂੰ ਮਿਲ ਰਿਹਾ। ਕੋਈ ਇੱਕ ਅੱਧੀ ਸਟੋਰੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ, ਤੁਹਾਨੂੰ ਲੱਗਾ ਕਿ ਹਾਂ ਮੇਰਾ ਇਹਨੂੰ ਮਿਲਣਾ ਜਿਹੜਾ ਵਾ ਉਹ ਲਾਈਫ ਚੇਂਜਿੰਗ ਹੋ ਗਿਆ ਇਹਦੇ ਵਾਸਤੇ? ਤਾਂ ਤੁਹਾਡੀ ਲਾਈਫ 'ਚ ਤੇ ਬਹੁਤ ਸਾਰੀਆਂ ਹੋਣਗੀਆਂ, ਇੰਨੀਆਂ ਪ੍ਰੋਬਲਮ ਤੁਸੀਂ ਸੁਣਦੇ ਹੋ, ਪਰ ਕੁਝ ਤੁਹਾਨੂੰ ਲੱਗਾ ਕਿਸੇ ਬੱਚੇ ਨੂੰ ਅੱਛਾ ਟਾਈਮ ਦੇਤਾ, ਇੱਕ ਡਾਇਰੈਕਸ਼ਨ ਦੇਤੀ, ਇਹਨੂੰ ਡਾਇਰੈਕਸ਼ਨ ਸਹੀ ਮਿਲ ਜੇ ਤੇ ਉਹ ਬੰਦਾ ਰੀਡਾਇਰੈਕਟ ਹੋ ਜਾਂਦਾ ਬਿਲਕੁਲ ਨਿਊ ਲਾਈਫ ਵੱਲ। ਗਰਲਸ ਕਾਲਜ ਹੋਣ ਕਰਕੇ ਬਹੁਤ ਸਾਰੀਆਂ ਬੱਚੀਆਂ ਆਉਂਦੀਆਂ ਸੀ ਕਿ ਮੈਮ ਅਸੀਂ ਗ੍ਰੈਜੂਏਸ਼ਨ ਤੋਂ ਬਾਅਦ ਕੀ ਕਰੀਏ, ਅਸੀਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਕੀ ਕਰੀਏ, ਜਾਂ ਫਿਰ ਅਸੀਂ ਉਸ ਤੋਂ ਬਾਅਦ ਰਿਸਰਚ ਜਾਈਏ ਨਾ ਜਾਈਏ। PG ਕਲਾਸਿਸ ਨੂੰ ਪੜ੍ਹਾਉਂਦਿਆਂ ਹੋਣ ਕਰਕੇ ਬੱਚਿਆਂ ਦੇ ਨਾਲ ਇਸ ਤਰੀਕੇ ਦਾ ਜਿਹੜਾ ਸੰਬੰਧ ਰਹਿੰਦਾ ਸੀ ਕਿ ਬੱਚੇ ਅੱਗੇ ਗਾਈਡੈਂਸ ਲੈਂਦੇ ਆ ਕਿ ਅਸੀਂ ਕਿਸ ਫੀਲਡ ਦੇ ਵਿੱਚ ਜਾਈਏ। ਕਾਫੀ ਬੱਚੀਆਂ ਮੇਰੀਆਂ ਅੱਛੀਆਂ ਪਿਆਰੀਆਂ ਬੱਚੀਆਂ ਜਿਨ੍ਹਾਂ ਨੇ JRF ਵੀ ਕਲੀਅਰ ਕੀਤਾ, ਨੈਟ ਵੀ ਕਲੀਅਰ ਕੀਤਾ, ਲੈਕਚਰਸ਼ਿਪ ਦੇ ਵਿੱਚ ਵੀ ਗਈਆਂ ਜਾਂ ਗਵਰਨਮੈਂਟ ਟੀਚਰ ਦੇ ਫੀਲਡ ਦੇ ਵਿੱਚ ਵੀ ਗਈਆਂ। ਔਰ ਮੇਰੀ ਇੱਕ ਬਹੁਤ ਹੀ ਪਿਆਰੀ ਬੱਚੀ ਵੀਰਦੀਪ ਕੌਰ ਹੈ,
ਬੱਚੇ ਨੇ ਸਾਡੇ ਕੋਲੇ ਐਮਏ ਪੰਜਾਬੀ ਕੀਤੀ। ਉਸ ਤੋਂ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਮੈਮ ਮੈਂ ਕੋਚਿੰਗ ਲੈਣੀ ਹੈ ਕੋਈ। ਤਾਂ ਕੋਚਿੰਗ ਦੇ ਲਈ ਮੇਰਾ ਵੀ ਪਟਿਆਲਾ ਯੂਨੀਵਰਸਿਟੀ ਇੱਕ ਕੋਰਸ ਲੱਗ ਰਿਹਾ ਸੀਗਾ, ਔਰ ਉੱਥੇ ਹੀ ਜਿਹੜੀ ਹੈ ਨੈਟ ਦੀ ਕੋਚਿੰਗ ਦੇ ਲਈ ਉਹਨਾਂ ਦਿਨਾਂ ਦੇ ਵਿੱਚ ਕਲਾਸਿਸ ਸ਼ੁਰੂ ਹੋ ਗਈਆਂ। ਤਾਂ ਮੈਂ ਵੀਰਦੀਪ ਨੂੰ ਫੋਨ ਕੀਤਾ ਕਿ ਬੇਟਾ ਕਲਾਸਿਸ ਤੇਰੀਆਂ ਸ਼ੁਰੂ ਹੋ ਗਈਆਂ, ਤੂੰ ਆ ਕੇ ਪਟਿਆਲਾ ਯੂਨੀਵਰਸਿਟੀ ਆਪਣੀਆਂ ਕੋਚਿੰਗ ਕਲਾਸਿਸ ਜਿਹੜੀਆਂ ਉਹ ਜੁਆਇਨ ਕਰ ਲਾ। ਕਹਿੰਦੇ ਠੀਕ ਹੈ ਮੈਮ। ਉਹ ਬੱਚੇ ਨੇ ਵੀ ਇਮੀਡੀਏਟਲੀ ਉਹ 'ਤੇ ਰਿਐਕਟ ਕੀਤਾ, ਔਰ ਉਹ ਆਈ, ਉਹਨੇ ਕੋਚਿੰਗ ਕਲਾਸਿਸ ਲਈ, ਔਰ ਫਸਟ ਅਟੈਂਪਟ ਦੇ ਵਿੱਚ ਹੀ ਉਹਦਾ UGC ਵੀ ਕਲੀਅਰ ਹੋ ਗਿਆ। UGC ਕਲੀਅਰ ਹੋਣ ਤੋਂ ਬਾਅਦ ਦੇ ਵਿੱਚ ਬੱਚਾ ਕਹਿੰਦਾ ਕਿ ਮੈਮ ਹੁਣ ਮੈਂ ਥੋੜਾ ਰਿਸਰਚ ਕਰਾਂ। ਇਨ ਬਿਟਵੀਨ ਉਹਦੀ ਸ਼ਾਦੀ ਹੋ ਗਈ, ਬੇਟਾ ਹੋ ਗਿਆ। ਫਿਰ ਮੈਮ ਕਿ ਹੁਣ ਫਿਰ ਉਸ ਤੋਂ ਬਾਅਦ ਉਹ ਕੰਸਟੀਟਿਊਟ ਕਾਲਜ ਜਲਾਲਾਬਾਦ ਉੱਥੇ ਲੈਕਚਰਰ ਲੱਗੀ। ਅੱਜ ਉਹ ਗਵਰਨਮੈਂਟ ਟੀਚਰ ਦੇ ਵਿੱਚ ਹੈ, ਔਰ ਹੁਣ ਵੀ ਮੇਰੇ ਕੰਟੈਕਟ ਦੇ ਵਿੱਚ ਹੈ। ਸੋ ਮੈਨੂੰ ਲੱਗਦਾ ਕਿ ਮੇਰੀ ਥੋੜੀ ਜਿਹੀ ਕੰਮ ਕਰਨ ਦੇ ਨਾਲ ਜੇਕਰ ਉਹ ਬੱਚਾ ਅੱਜ ਸੈੱਟ ਹੋ ਗਿਆ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਤਰੀਕੇ ਜੇਕਰ ਉਹ ਅੱਜ ਖੁਸ਼ ਆ, ਉਹਦਾ ਪਰਿਵਾਰ ਖੁਸ਼ ਆ, ਉਹਦੇ ਪੇਰੈਂਟਸ ਖੁਸ਼ ਆ, ਦੋ ਪਰਿਵਾਰ ਖੁਸ਼ ਹੋ ਗਏ। ਸੋ ਮੈਨੂੰ ਇਹਦੇ ਨਾਲ ਬਹੁਤ ਜ਼ਿਆਦਾ ਸਕੂਨ ਮਿਲਦਾ ਕਿ ਜੇਕਰ ਅਸੀਂ ਬੱਚਿਆਂ ਦੀ ਕੋਈ ਹੈਲਪ ਕੀਤੀ ਤੇ ਅੱਜ ਉਹ ਆਪਣੇ ਪੈਰਾਂ ਤੇ ਖੜੇ। ਅੱਜ ਤੁਹਾਨੂੰ ਤੁਸੀਂ ਰੂਰਲ ਏਰੀਆਜ਼ ਨੂੰ ਇੰਨਾ ਵਿਜ਼ਿਟ ਕਰਦੇ ਹੋ, ਤੁਹਾਨੂੰ ਪਤਾ ਹੈ ਕਿ ਕੀ ਚੱਲ ਰਿਹਾ ਪੰਜਾਬ ਦੇ ਵਿੱਚ, ਜਿਹੜੇ ਏਰੀਆ ਤੁਸੀਂ ਖੁਦ ਕੰਮ ਕੀਤਾ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਗੁੱਡ ਕਾਲਜਿਸ ਦੀ ਪਹਿਲਾਂ ਲੋੜ ਹੈ ਕਿ ਗੁੱਡ ਕੰਪਨੀਜ਼ ਦੀ ਲੋੜ ਹੈ? ਹੁਣ ਪੰਜਾਬ ਨੂੰ ਕੀ ਲੋੜ ਹੈ? ਦੇਖੋ ਮੈਮ, ਕਾਲਜਿਸ ਵੀ ਅੱਛੇ ਹੋਣੇ ਚਾਹੀਦੇ ਆ, ਬਟ ਕਾਲਜਿਸ ਤੋਂ ਬਾਅਦ ਬੱਚੇ ਅੱਗੇ ਜਾਣ ਕਿੱਥੇ? ਉਹਨਾਂ ਦਾ ਫਿਊਚਰ ਕੀ ਹੋਊਗਾ? ਕਿ ਕਾਲਜ ਦੇ ਵਿੱਚ ਜਾਂ ਤਾਂ ਪੜ੍ਹਾਈ ਇਸ ਤਰੀਕੇ ਦੀ ਹੋਵੇ, ਇਸ ਲੈਵਲ ਦੀ ਹੋਵੇ ਕਿ ਬੱਚਿਆਂ ਦੇ ਪ੍ਰੈਕਟੀਕਲ ਨੌਲੇਜ ਉਹਨਾਂ ਨੂੰ ਮਿਲੇ, ਠੀਕ ਹੈ, ਔਰ ਕੰਪਨੀਜ਼ ਇਸ ਲਈ ਹੋਣ ਕਿ ਅੱਗੇ ਜਾ ਕੇ ਬੱਚੇ ਆਪਣੀ ਉਸ ਨੌਲੇਜ ਨੂੰ ਯੂਜ਼ ਕਰਨ। ਉਸ ਕੰਪਨੀਜ਼ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਮੌਕਾ ਮਿਲੇ ਆਪਣਾ ਰੁਜ਼ਗਾਰ ਕਮਾਉਣ ਦਾ, ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਉਹ ਗੱਲਾਂ ਕਰਨ ਜਿਹਦੇ ਨਾਲ ਕੀ ਆ ਉਹ ਹੋਰ ਭਲਾਈ ਅੱਗੇ ਦੀ ਅੱਗੇ ਇੱਕ ਚੇਨ ਬਣੇ, ਜਿਹਦੇ ਨਾਲ ਅਸੀਂ ਹੋਰ ਲੋਕਾਂ ਨੂੰ ਰੁਜ਼ਗਾਰ ਦੇ ਸਕੀਏ। ਅੱਛੀ ਐਜੂਕੇਸ਼ਨ ਔਰ ਉਸ ਤੋਂ ਬਾਅਦ ਦੇ ਵਿੱਚ ਪਲੇਸਮੈਂਟ ਦੇ ਲਈ ਅੱਛੀ ਕੰਪਨੀਜ਼ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ। ਸੋ ਤੁਸੀਂ ਬਹੁਤ ਸਾਰੀਆਂ ਬੁੱਕਸ ਲਿਖੀਆਂ, ਆਲਮੋਸਟ 10 ਬੁੱਕਸ ਜਿਹੜੀਆਂ ਮੈਮ ਨੇ ਲਿਖੀਆਂ, ਕਿਉਂਕਿ ਮੈਮ ਹੈ ਹੀ ਅਕੈਡਮਿਸ਼ੀਅਨ। ਆਪਣੀ ਬੁੱਕਸ ਬਾਰੇ ਥੋੜਾ ਦੱਸੋ ਕਿ ਬੁੱਕ ਲਿਖਣ ਦਾ ਖਿਆਲ ਕਿੱਥੋਂ ਆਇਆ? ਮੈਂ ਆਥਰ ਵੀ ਬਣਾਂਗੀ। ਬੁੱਕਸ ਦੇ ਲਈ ਸਾਡੇ ਇਹ ਹੈ ਕਿ ਜੇ ਹਰ ਫੀਲਡ ਦੇ ਵਿੱਚ ਪ੍ਰਮੋਸ਼ਨ ਹੈ ਜਿਹੜੀ ਉਹ ਹੁੰਦੀ ਹੈ। ਜੇਕਰ ਤੁਸੀਂ ਇੱਕ ਅਸਿਸਟੈਂਟ ਪ੍ਰੋਫੈਸਰ ਹੋ, ਨੈਕਸਟ ਤੁਸੀਂ ਐਸੋਸੀਏਟ ਪ੍ਰੋਫੈਸਰ ਜਾਣਾ, ਨੈਕਸਟ ਤੁਸੀਂ ਪ੍ਰੋਫੈਸਰ ਹੋ ਜਾਂ ਪ੍ਰਿੰਸੀਪਲ ਹੋ। ਇਹ ਮਤਲਬ ਸਾਡਾ ਜਿਹੜਾ ਹੈਗਾ ਪ੍ਰਮੋਸ਼ਨ ਦਾ ਇੱਕ ਫੇਜ਼ ਹੈ ਹਨਾ। ਤਾਂ ਉਹਦੇ ਵਿੱਚ UGC ਵੱਲੋਂ API ਸਕੋਰ ਹੁੰਦਾ ਕਿ ਜੇਕਰ ਤੁਹਾਡਾ ਇੰਨੇ ਇਅਰਸ ਦਾ ਐਕਸਪੀਰੀਅੰਸ ਹੈ, ਤੁਹਾਡਾ ਇੰਨਾ API ਸਕੋਰ ਹੈਗਾ, ਤਾਂ ਦੈਨ ਤੁਸੀਂ ਅਗਲੀ ਪ੍ਰਮੋਸ਼ਨ ਦੇ ਵਿੱਚ ਜਾ ਸਕਦੇ। ਸੋ ਇਹ ਸਾਡਾ ਇੱਕ ਪਾਰਟ ਹੈਗਾ ਸਾਡੀ ਜੌਬ ਦਾ ਕਿ ਇਹ ਸਭ ਕੁਝ ਜਿਹੜਾ ਰਿਸਰਚ ਹੈ ਜਾਂ ਬੁੱਕਸ ਹਨ ਜਾਂ ਸਾਡੇ ਰਿਸਰਚ ਪੇਪਰ ਹੈ ਜਾਂ ਸੈਮੀਨਾਰ ਹੈ, ਵਰਕਸ਼ਾਪ ਹੈ, ਇਹ ਸਭ ਜਿਹੜਾ ਹੈਗਾ ਇਹ ਸਾਡਾ ਮਤਲਬ ਜੌਬ ਦਾ ਇੱਕ ਪਾਰਟ ਹੈ ਕਿ ਸਾਈਡ ਬਾਈ ਸਾਈਡ ਇਹ ਅਸੀਂ ਕਰਨਾ ਹੀ। ਤੁਸੀਂ ਇੰਨਾ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ, ਠੀਕ ਹੈ, ਪ੍ਰਿੰਸੀਪਲ ਹੋ ਇੱਕ ਕਾਲਜ ਦੇ, ਬੜਾ ਅੱਛਾ ਕੰਮ ਕਰ ਰਹੇ ਹੋ। ਤੇ ਤੁਹਾਡੇ ਖੁਦ ਦੇ, ਕਿਉਂਕਿ ਤੁਸੀਂ ਅੱਗੇ ਵੱਧ ਰਹੀਆਂ ਔਰਤਾਂ ਦੇ ਵਿੱਚੋਂ ਇੱਕ ਹੋ। ਇੱਕ ਹੈਗੀਆਂ ਔਰਤਾਂ ਜੀ ਸਾਰੇ ਤਰ੍ਹਾਂ ਦੀਆਂ, ਇੱਕ ਹੁੰਦੀਆਂ ਅੱਗੇ ਵੱਧ ਰਹੀਆਂ ਔਰਤਾਂ ਜਿਹਨੂੰ ਦੇ ਆਰ ਮੋਰ ਪੈਸ਼ਨੇਟ, ਉਹਨਾਂ ਨੂੰ ਵਿਜ਼ਨ ਕਲੀਅਰ ਹੈ ਕਿ ਮੈਂ ਇਸ ਮੁਕਾਮ ਤੇ ਜਿਹੜਾ ਪਹੁੰਚਣਾ ਹੈ। ਸੋ ਜਰਨੀ ਬੜੀ ਡਿਫਰੈਂਟ ਹੁੰਦੀ ਹੈ। ਤੁਹਾਡੇ ਇਸ ਮੁਕਾਮ ਤੇ ਪਹੁੰਚਣ ਤੱਕ ਦਾ ਜ਼ਿੰਦਗੀ ਦੇ ਅਸੂਲ ਕੀ ਰਹੇ ਐਜ਼ ਅ ਲੇਡੀ? ਕਿ ਜ਼ਿੰਦਗੀ ਦੇ ਅਸੂਲ ਤੁਸੀਂ ਕੀ ਰੱਖੇ ਕਿ ਆ ਮੈਂ 1 2 3 ਚੀਜ਼ਾਂ ਜਿਹੜੀਆਂ ਇਹ ਮੈਂ ਫੋਲੋ ਕਰਦੀ, ਇਹਨਾਂ ਕਰਕੇ ਮੈਂ ਅੱਜ ਇੱਥੇ ਹਾਂ? ਜੀ ਕੋਈ ਵੀ ਚੀਜ਼ ਨੂੰ ਚੱਲਣ ਦੇ ਲਈ ਜਿਹੜੇ ਉਹਦੇ ਮੇਨ ਪ੍ਰਿੰਸੀਪਲਸ ਹੁੰਦੇ ਆ ਉਹਨੂੰ ਨਹੀਂ ਛੱਡਣਾ ਚਾਹੀਦਾ। ਚਾਹੇ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ ਡਰਾਈਵਿੰਗ ਦੇ ਵੀ ਆਪਣੇ ਰੂਲਸ ਹਨ। ਤੁਸੀਂ ਕਿਸੇ ਵੀ ਚੀਜ਼, ਤੁਸੀਂ ਸਟੱਡੀ ਕਰਦੇ ਹੋ, ਸਟੱਡੀ ਦੇ ਆਪਣੇ ਰੂਲ ਹੈ ਕਿ ਮੈਂ ਪੜ੍ਹਨਾ, ਟਾਈਮ ਸਿਰ ਉੱਠਣਾ। ਤਾਂ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਜਿਹੜੇ ਮੇਨ ਪ੍ਰਿੰਸੀਪਲਸ ਉਹਨਾਂ ਨੂੰ ਛੱਡ ਦਿੰਦੇ ਹੋ ਤਾਂ ਫਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਮੈਂ ਤਾਂ ਖੁਦ ਕਹਿੰਦੀ ਹਾਂ ਕਿ ਤੇਜ਼ ਦੀ ਤੁਸੀਂ ਗੱਲ ਕੀਤੀ ਤੇ ਫਾਸਟਰ ਦੀ ਗੱਲ ਕੀਤੀ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਫਾਸਟਰ, ਸਟਰੋਂਗਰ ਤੇ ਬੈਟਰ ਰੋਜ਼ ਹੋ, ਠੀਕ ਹੈ। ਤੁਹਾਨੂੰ ਹਰ ਦਿਨ ਜ਼ਿੰਦਗੀ ਦੇ ਵਿੱਚ ਤੇਜ਼ ਵੀ ਹੋਣਾ ਪਏਗਾ, ਹਰ ਦਿਨ ਜ਼ਿੰਦਗੀ 'ਚ ਅੱਜ ਤੋਂ ਕੱਲ ਜ਼ਿਆਦਾ ਸਟਰੋਂਗ ਹੋਣਾ ਪਏਗਾ, ਤੇ ਜਿੱਦਾਂ ਦਾ ਤੁਸੀਂ ਅੱਜ ਕੰਮ ਕਰ ਰਹੇ ਹੋ ਉਸ ਤੋਂ ਬੈਟਰ ਅਗਲੇ ਦਿਨ ਕਰਨਾ ਪਏਗਾ। ਤਾਂ ਹੀ ਅਸੀਂ ਜਿਹੜਾ ਵਾ ਆਪਣੇ ਜਿਹੜਾ ਮੰਜ਼ਿਲ ਜਿਹੜੀ ਆ ਉਹ ਹਾਸਿਲ ਕਰ ਸਕਦੇ ਹਾਂ ਜਿਹਦਾ ਅਸੀਂ ਸੁਪਨਾ ਲੈ ਰਹੇ ਹਾਂ। ਬਹੁਤ ਸਾਰੇ ਮੇਰੇ ਪੇਜ ਤੇ ਜਿਹੜੇ ਡਾਟਰਸ ਆ ਉਹਨਾਂ ਦੇ ਪੇਰੈਂਟਸ ਜਿਹੜੇ ਤੁਹਾਨੂੰ ਸੁਣ ਰਹੇ ਹੋਣਗੇ, ਕਿਉਂਕਿ ਹਰ ਕੋਈ ਪੇਰੈਂਟਸ, ਬਿਕੋਜ਼ ਮੈਨੂੰ ਇੰਨੇ ਸਾਰੇ ਪੇਰੈਂਟਸ ਜਿਹੜੇ ਉਹ ਲਿਖਦੇ ਆ, ਮੈਨੂੰ ਬਹੁਤ ਸਾਰੇ ਮੈਸੇਜ ਭੇਜਦੇ ਕਿ ਮਨਦੀਪ ਤੁਹਾਨੂੰ ਦੇਖ ਦੇਖ ਕੇ ਸਾਡੇ 'ਚ ਜੋਸ਼ ਆਉਂਦਾ ਕਿ ਅਸੀਂ ਆਪਣੇ ਡਾਟਰਸ ਨੂੰ ਪੜ੍ਹਾਉਣਾ ਹੈ। ਪੜ੍ਹਾਉਣਾ ਹੀ ਨਹੀਂ, ਉਹਨਾਂ ਨੂੰ ਬਿਜ਼ਨਸ ਖੋਲ ਕੇ ਦੇਣਾ ਹੈ, ਉਹਨਾਂ ਨੂੰ ਵਿਆਹ ਤੋਂ ਪਹਿਲਾਂ ਹੀ ਆਪਣੇ ਪੈਰਾਂ ਤੇ ਅਸੀਂ ਖੜਾ ਕਰਨਾ ਹੈ। ਇਹ ਸਾਡਾ ਹੁਣ ਸੁਪਨਾ ਬਣ ਚੁੱਕਿਆ ਹੈ। ਸੋ
ਜਿਹੜੇ ਡਾਟਰਸ ਦੇ ਪੇਰੈਂਟਸ ਆ ਉਹਨਾਂ ਵਾਸਤੇ ਤੁਹਾਡਾ ਕੀ ਮੈਸੇਜ? ਦੇਖੋ, ਉਹ ਟਾਈਮ ਬਹੁਤ ਪਿੱਛੇ ਚਲਾ ਗਿਆ ਜਦੋਂ ਅਸੀਂ ਕਹਿੰਦੇ ਸੀਗੇ ਕਿ ਸਾਡਾ ਇੱਕ ਬੇਟਾ ਵੀ ਹੋਣਾ ਚਾਹੀਦਾ। ਸੋ ਅੱਜ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਬੇਟਾ ਜਾਂ ਬੇਟੀ ਦੋਨਾਂ ਦਾ ਜਿਹੜਾ ਫਰਕ ਹੈ ਉਹ ਬਿਲਕੁਲ ਹੀ ਖਤਮ ਹੋ ਚੁੱਕਿਆ। ਕਿਉਂ ਖਤਮ ਹੋ ਚੁੱਕਿਆ? ਕਿ ਜਿੰਨੀ ਐਡਵਾਂਸਮੈਂਟ ਆ ਚੁੱਕੀ ਹੈ, ਜਿਨ੍ਹਾਂ ਦੇ 5-5 ਪੁੱਤਰ ਹੈ, ਮੈਨੂੰ ਲੱਗਦਾ ਉਹ ਵੀ ਨਹੀਂ ਕੋਲ ਰਹਿੰਦੇ। ਹਾਂਜੀ, ਕੋਈ ਅਮਰੀਕਾ, ਕੋਈ ਕੈਨੇਡਾ ਜਾਂ ਕੋਈ ਕਿਸੇ ਸਿਟੀ ਦੇ ਵਿੱਚ ਚਲਾ ਗਿਆ ਤਾਂ ਉਹਦੇ ਜਿਹੜੇ ਪੇਰੈਂਟਸ ਆ ਉਹ ਇਕੱਲੇ ਪਿੰਡ ਦੇ ਵਿੱਚ ਰਹਿ ਗਏ। ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ ਉਹਨਾਂ ਨੇ ਕੋਈ ਕੇਅਰ ਟੇਕਰ ਤਾਂ ਲਗਾਤਾ, ਪਰ ਉਹਨਾਂ ਕੋਲੇ ਇੰਨਾ ਸਮਾਂ ਨਹੀਂ ਹੈ ਕਿ ਉਹ ਆ ਕੇ ਆਪਣੇ ਪੇਰੈਂਟਸ ਨੂੰ ਦੇਖਣ ਜਾਂ ਉਹਨਾਂ ਦਾ ਹਾਲ ਚਾਲ ਪੁੱਛਣ। ਸੋ ਬੇਟੀਆਂ, ਇੱਕ ਜਿਹੜੀ ਔਰਤ ਹੈ ਉਹ ਜਨਨੀ ਹੈ, ਉਹ ਇਮੋਸ਼ਨਲ ਹੈ, ਉਹ ਆਪਣੇ ਪੇਰੈਂਟਸ ਦੇ ਨਾਲ ਜੁੜੀ ਰਹਿੰਦੀ ਹੈ। ਵੈਸੇ ਜੇ ਮੈਂ ਪੰਜਾਬੀ ਕਲਚਰ ਦੀ ਗੱਲ ਕਰਾਂ ਤੇ ਜਿਹੜਾ ਪੇਕਿਆਂ ਦਾ ਘਰ ਹੈ ਉਹਨੂੰ ਜਿਹੜੀ ਔਰਤ ਉਹ ਕਦੇ ਭੁਲਾ ਨਹੀਂ ਸਕਦੀ। ਉਹਦੇ ਹਰ ਗੀਤ ਦੇ ਵਿੱਚ, ਉਹਦੇ ਹਰ ਸੁਪਨੇ ਦੇ ਵਿੱਚ, ਉਹਦੀ ਹਰ ਸੋਚ ਦੇ ਵਿੱਚ ਉਹਦੇ ਮਾਂ-ਬਾਪ ਜਾਂ ਉਹਦਾ ਭਰਾ ਭਰਜਾਈ ਕਿਤੇ ਨਾ ਕਿਤੇ ਖੜੇ ਰਹਿੰਦੇ ਆ। ਸੋ ਮੈਨੂੰ ਇਹ ਲੱਗਦਾ ਕਿ ਜਿੰਨੀ ਜ਼ਿਆਦਾ ਅਟੈਚਮੈਂਟ ਇੱਕ ਬੇਟੀ ਦੀ ਆਪਣੇ ਬਾਪ ਨਾਲ ਜਾਂ ਆਪਣੀ ਮਾਂ ਨਾਲ ਹੈ, ਉਨੀ ਬੇਟੇ ਦੀ ਮੈਨੂੰ ਨਹੀਂ ਲੱਗਦੀ। ਸੋ ਮੈਂ ਖੁਦ ਇੱਕ ਬੇਟੀ ਹਾਂ ਤਾਂ ਮੈਨੂੰ ਪਤਾ ਹੈਗਾ ਕਿ ਮੈਂ ਆਪਣੇ ਮਾਂ-ਬਾਪ ਨੂੰ ਆਪਣੇ ਕੋਲ ਰੱਖ ਕੇ ਵੀ ਸੰਭਾਲ ਸਕਦੀ ਹਾਂ, ਆਪਣੇ ਹਸਬੈਂਡ ਨੂੰ ਵੀ ਇਹ ਚੀਜ਼ ਸਮਝਾ ਸਕਦੀ ਹਾਂ। ਅਸੀਂ ਇਕੱਠੇ ਰਹਿ ਵੀ ਰਹੇ ਹਾਂ, ਪਰ ਤੁਸੀਂ ਦੇਖੋ ਕਿ ਅੱਜ ਕੱਲ ਇੱਕੋ ਬੇਟਾ ਹੁੰਦਾ ਤੁਹਾਡਾ, ਉਹ ਵੀ ਆਪਣੇ ਮਾਂ-ਬਾਪ ਤੋਂ ਵੱਖਰਾ ਰਹਿ ਰਿਹਾ। ਉਹ ਵੀ ਕਹਿੰਦਾ ਕਿ ਮੈਨੂੰ ਫੈਮਿਲੀ ਦੀ ਜ਼ਰੂਰਤ ਹੈ, ਮੇਰੀ ਵਾਈਫ ਹੈ, ਮੇਰੇ ਬੱਚੇ ਹੈ। ਤਾਂ ਮਾਂ-ਬਾਪ ਅਲੱਗ ਰਹਿ ਰਹੇ ਹੁੰਦੇ ਆ ਔਰ ਬੇਟਾ ਅਲੱਗ ਰਹਿ ਰਿਹਾ, ਪਰ ਬੇਟੀ ਇਸ ਤਰੀਕੇ ਨਹੀਂ ਕਰਦੀ। ਉਹ ਜੇਕਰ ਸਿੰਗਲ ਡਾਟਰ ਵੀ ਹੈ ਜਾਂ 2-3 ਸਿਸਟਰਸ ਵੀ ਹੈ ਤਾਂ ਵੀ ਉਹਨਾਂ ਚੋਂ ਇੱਕ ਨਾ ਇੱਕ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਕਿ ਮੈਂ ਆਪਣੇ ਮਾਂ-ਬਾਪ ਕੋਲੇ ਰਹਿਣਾ 2-4-6 ਮਹੀਨਿਆਂ ਤੱਕ, ਜਾਂ ਮਾਂ-ਬਾਪ ਨੂੰ ਆਪਣੇ ਕੋਲ ਲੈ ਕੇ ਆਉਣਾ। ਉਹ ਕਦੇ ਵੀ ਆਪਣੇ ਮਾਂ-ਬਾਪ ਨੂੰ ਇਕੱਲਾ ਨਹੀਂ ਛੱਡਦੀਆਂ, ਜਦੋਂ ਕਿ ਲੜਕੇ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕਰਦੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਇਸ ਐਪੀਸੋਡ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸੋ ਅੱਜ ਸੀ ਸਾਡੇ ਨਾਲ ਡਾਕਟਰ ਕਰਮਜੀਤ ਕੌਰ ਐਂਡ ਸ਼ੀ ਇਜ਼ ਦ ਪ੍ਰਿੰਸੀਪਲ ਆਫ ਦਸਮੇਸ਼ ਕਾਲਜ ਮੁਕੇਰੀਆਂ। ਤੇ ਬਹੁਤ ਹੀ ਅੱਛਾ ਲੱਗਾ ਮੈਮ ਨਾਲ ਗੱਲ ਕਰਕੇ। ਇੱਕ ਰੂਰਲ ਲੋਕੇਸ਼ਨਸ ਦੇ ਵਿੱਚ ਵੂਮਨ ਦੇ ਮਨ ਦੇ ਵਿੱਚ, ਵੂਮਨ ਸਟੂਡੈਂਟਸ ਦੇ ਮਨ ਦੇ ਵਿੱਚ ਕੀ ਵਿਚਾਰ ਚੱਲ ਰਹੇ ਨੇ ਉਹਦੇ ਤੇ ਮੈਮ ਨੇ ਥੋੜਾ ਅੱਜ ਥੋੜਾ ਚਾਨਣਾ ਪਾਇਆ, ਥੋੜੀ ਲਾਈਟ ਸਾਨੂੰ ਉਹਦੇ ਤੇ ਦਿਖੀ ਆ। ਸੋ ਆਈ ਹੋਪ ਕਿ ਅਸੀਂ ਇਕੱਠੇ ਮਿਲ ਕੇ ਵੀ ਮੈਮ ਨਾਲ ਕਾਫੀ ਡਿਸਕਸ਼ਨਸ ਹੁੰਦੀਆਂ ਰਹਿੰਦੀਆਂ ਨੇ। ਕੁਝ ਅੱਛਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਕੁਝ ਦੇਖਾਂਗੇ ਕਿ ਹਾਂਜੀ ਜਿਹੜੀਆਂ ਰੂਰਲ ਏਰੀਆਜ਼ ਦੇ ਵਿੱਚ ਵੂਮਨ ਕਾਲਜ ਆ ਉਹਨਾਂ ਲਈ ਕਿਵੇਂ ਅਸੀਂ ਨੌਕਰੀਆਂ ਦੇ ਜਾਂ ਉਹਨਾਂ ਦੀ ਬੈਟਰ ਐਜੂਕੇਸ਼ਨ ਦੇ ਹੀਲੇ ਵਸੀਲੇ ਜਿਹੜੇ ਉਹ ਪੈਦਾ ਕਰ ਸਕਦੇ ਹਾਂ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਮਨਦੀਪ ਕੌਰ ਟਾਂਗਰਾ ਸ਼ੋ।